ਤਿਲਕ ਜਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਗੁਰਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 9ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹਾਦਤ ਵਾਲਾ ਦਿਨ ਹੈ। ਮਘਰ ਸੁਦੀ ਪੰਚਮੀ ਨੂੰ ਬਿਕਰਮੀ ਸੰਮਤ 1732 ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਪਿਛਲੇ ਕੁਝ ਦਿਨਾਂ ਤੋਂ ਆਪਾਂ ਇਹ ਪ੍ਰਸੰਗ ਵਿਚਾਰ ਰਹੇ ਹਾਂ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ, ਭਰਤਗੜ੍ਹ ਹੋਰ ਇਤਿਆਦਿਕ ਥਾਵਾਂ ਤੇ ਸੰਗਤਾਂ ਨੂੰ ਨਿਹਾਲ ਕਰਦੇ ਸੈਫਾਬਾਦ ਸੈਫ ਅਲੀ ਖਾਂ ਦੇ ਕੋਲ ਪੁੱਜੇ। ਉਹਨੂੰ ਨਿਹਾਲ ਕੀਤਾ। ਚੁਮਾਸਾ ਮਹਾਰਾਜ ਨੇ ਇੱਥੇ ਹੀ ਕੱਟਿਆ। ਸੈਫਾਬਾਦ ਤੋਂ ਅੱਗੇ ਹੋਰ ਨਗਰਾਂ ਵਿੱਚ ਦੀ ਹੁੰਦੇ ਹੋਏ ਪਾਤਸ਼ਾਹ ਜੀ ਆਗਰੇ ਪਹੁੰਚ ਕੇ ਇੱਕ ਆਜੜੀ ਦੇ ਰਾਹੀਂ ਆਪਣੀ ਗ੍ਰਿਫਤਾਰੀ ਦਿੰਦੇ ਹੈ। ਇੱਥੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਇਆ ਜਾਂਦਾ ਹੈ ਤੇ ਦਿੱਲੀ ਉਹ ਹਵੇਲੀ ਜਿਹੜੀ ਅੱਤ ਦੀ ਡਰਾਉਣੀ ਸੀ, ਉੱਥੇ ਸਤਿਗੁਰੂ ਨੂੰ ਕੈਦ ਰੱਖਿਆ ਗਿਆ। ਨਾਲ 3 ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਹਨ। ਦੂਜੇ ਦੋਵੇਂ ਸਿੱਖ ਪਹਿਲਾਂ ਹੀ ਵੱਖ ਹੋ ਗਏ ਹੈ, ਭਾਈ ਗੁਰਦਿੱਤਾ ਤੇ ਭਾਈ ਊਧਾ ਜੀ। ਸੱਚੇ ਪਾਤਸ਼ਾਹ ਜੀ ਨੂੰ ਇੱਥੇ ਜਦ ਦਿੱਲੀ ਕੈਦ ਕਰਕੇ ਰੱਖਿਆ ਗਿਆ ਹੈ, ਔਰੰਗਜ਼ੇਬ ਵੱਲੋਂ, ਹਕੂਮਤ ਵੱਲੋਂ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ। ਤੁਸੀਂ ਇਸਲਾਮ ਨੂੰ ਕਬੂਲ ਕਰ ਲਵੋ, ਤੁਹਾਨੂੰ ਦੁਨੀਆ ਦੇ ਸਾਰੇ ਸੁੱਖ ਆਰਾਮ ਮਿਲਣਗੇ। ਸੱਚੇ ਪਾਤਸ਼ਾਹ ਦੇ ਅੱਗੇ ਇਹ 3 ਸਵਾਲ ਰੱਖੇ ਗਏ ਸਨ। ਇਸਲਾਮ ਕਬੂਲ ਕਰੋ, ਜਾਂ ਕਰਾਮਾਤ ਦਿਖਾਓ, ਜਾਂ ਫਿਰ ਕਤਲ ਹੋਣ ਵਾਸਤੇ ਤਿਆਰ ਹੋ ਜਾਓ। ਸੱਚੇ ਪਾਤਸ਼ਾਹ ਨੇ ਜਿਹੜਾ ਤੀਜਾ ਵਿਕਲਪ ਸੀ, ਇਸ ਨੂੰ ਹੀ ਚੁਣਿਆ। ਅਸੀਂ ਕੱਲ ਸਰਵਣ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ। ਭਾਈ ਮਤੀ ਦਾਸ ਜੀ ਦੀਵਾਨ ਸਨ, ਦੀਵਾਨ ਮਤੀ ਦਾਸ ਜੀ। ਤੇ ਇੱਕ ਥਾਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਜ਼ਿਕਰ ਕਰਦੇ ਨੇ, ਮਮ ਮਿੱਤਰ ਸਹਾਇਕ ਭਾਰੀ। ਭਾਈ ਮਤੀ ਦਾਸ ਜੀ ਮੇਰੇ ਵੱਡੇ ਸਹਾਇਕ ਮਿੱਤਰ ਹਨ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੜੇ ਪਿਆਰੇ ਸਿੱਖ ਸਨ ਭਾਈ ਮਤੀ ਦਾਸ ਜੀ। ਘਰ ਦਾ ਸਾਰਾ ਜੋ ਲੇਖਾ ਜੋਖਾ ਸੀ, ਭਾਈ ਮਤੀ ਦਾਸ ਜੀ ਹੀ ਰੱਖਿਆ ਕਰਦੇ ਸਨ। ਤੇ ਗੁਰੂ ਤੇਗ ਬਹਾਦਰ ਜੀ ਨੂੰ ਤਸੀਹੇ ਚੱਲਦੇ ਤੱਕ ਕੇ ਭਾਈ ਮਤੀ ਦਾਸ ਨੇ ਕਿਹਾ ਸੀ, ਮਹਾਰਾਜ ਆਗਿਆ ਕਰੋ,
ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਪਾਤਸ਼ਾਹ ਨੇ ਕਿਹਾ, ਮਤੀ ਦਾਸ, ਜੇ ਬੂੰਦ ਦੇ ਵਿੱਚ ਇੰਨੀ ਤਾਕਤ ਹੈ ਤੇ ਸਾਗਰ ਕੋਲ ਕਿੰਨੀ ਵੱਡੀ ਸਮਰੱਥਾ ਹੋਵੇਗੀ। ਅਜਰ ਨੂੰ ਜਰ ਕੇ ਰੱਖੋ। ਇਹ ਗੱਲਾਂ ਜਦ ਕਾਜੀ ਵਹਾਬਦੀਨ ਨੇ ਸੁਣੀਆਂ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ ਸਿੱਖ ਇਸ ਤਰ੍ਹਾਂ ਕਹਿੰਦੇ ਐ। ਭਾਈ ਮਤੀ ਦਾਸ ਜੀ ਨੂੰ ਕਿਹਾ ਗਿਆ, ਕਰਾਮਾਤ ਵਿਖਾਓ। ਭਾਈ ਸਾਹਿਬ ਨੇ ਕਿਹਾ, ਮੇਰੇ ਗੁਰੂ ਦਾ ਹੁਕਮ ਨਹੀਂ। ਕਹਿੰਦੇ ਫਿਰ ਦੀਨ ਕਬੂਲ ਕਰੋ। ਭਾਈ ਮਤੀ ਦਾਸ ਜੀ ਕਹਿੰਦੇ, ਮੈਨੂੰ ਸਿੱਖ ਧਰਮ ਪਿਆਰਾ ਹੈ। ਕਹਿੰਦੇ ਫਿਰ ਤੀਜਾ, ਸਾਹਮਣੇ ਆਰੇ ਦੇ ਦੰਦੇ ਤਿੱਖੇ ਹੁੰਦੇ ਪਏ ਨੇ, ਆਰੇ ਨਾਲ ਚੀਰ ਦਿੱਤੇ ਜਾਓਗੇ। ਭਾਈ ਮਤੀ ਦਾਸ ਜੀ ਕਹਿੰਦੇ, ਮੈਨੂੰ ਇਹ ਪ੍ਰਵਾਨ ਹੈ। ਮਗਰ ਸੁਦੀ ਚੌਥ ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਸ ਪਿੰਜਰੇ ਦੇ ਵਿੱਚ ਸਤਿਗੁਰੂ ਨੂੰ ਕੈਦ ਕੀਤਾ ਗਿਆ ਹੈ, ਚਾਂਦਨੀ ਚੌਂਕ ਦੇ ਵਿੱਚ ਲਿਆਂਦਾ ਗਿਆ ਹੈ। ਉਸ ਪਿੰਜਰੇ ਦੇ ਅੰਦਰਲੇ ਪਾਸੇ ਤਿੱਖੇ ਸੂਏ ਨੇ, ਨਾ ਸਤਿਗੁਰੂ ਚੰਗੀ ਤਰ੍ਹਾਂ ਖਲੋ ਸਕਦੇ ਨੇ, ਨਾ ਢੋਹ ਲਾ ਕੇ ਬੈਠ ਸਕਦੇ ਨੇ। ਉੱਥੇ ਸਤਿਗੁਰੂ ਨੂੰ ਉਸ ਪਿੰਜਰੇ ਦੇ ਵਿੱਚ ਕੈਦ ਰੱਖਿਆ ਗਿਆ। ਭਾਈ ਮਤੀ ਦਾਸ ਨੇ ਕਿਹਾ, ਮੈਂ ਮਰਨ ਵਾਸਤੇ ਤਿਆਰ ਹਾਂ। ਨਾ ਤਾਂ ਇਸਲਾਮ ਪ੍ਰਵਾਨ ਹੈ ਤੇ ਨਾ ਹੀ ਮੇਰੇ ਗੁਰੂ ਦਾ ਹੁਕਮ ਹੈ ਕਿ ਕਰਾਮਾਤ ਦਿਖਾਵਾਂ। ਕਰਾਮਾਤ ਕਹਿਰ ਦਾ ਨਾਮ ਹੈ। ਭਾਈ ਮਤੀ ਦਾਸ ਜੀ ਨੂੰ ਦੋਹਾਂ ਲੱਕੜ ਦੇ ਤਖਤਿਆਂ ਦੇ ਵਿੱਚ ਜੜ ਕੇ ਜਲਾਦ ਆਰਾ ਲੈ ਕੇ ਆਏ ਐ। ਸੀਸ ਤੇ ਰੱਖ ਕੇ ਆਰਾ ਚਲਾਉਣ ਲੱਗੇ। ਅੰਤਮ ਇੱਛਾ ਪੁੱਛੀ। ਭਾਈ ਮਤੀ ਦਾਸ ਨੇ ਕਿਹਾ, ਮੇਰਾ ਮੁਖ ਮੇਰੇ ਗੁਰੂ ਦੇ ਵੱਲ ਹੋਵੇ। ਸਤਿਗੁਰੂ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਮਨ ਹੀ ਮਨ ਅਰਦਾਸ ਕੀਤੀ ਹੈ। ਗੁਰੂ ਕੇ ਸਿੱਖ ਨੇ, ਸੱਚੇ ਪਾਤਸ਼ਾਹ ਆਪ ਨੇ ਮਿਹਰ ਕਰਨੀ। ਆਪ ਜੀ ਦੇ ਸਨਮੁਖ ਆਪ ਜੀ ਦੇ ਦੀਦਾਰ ਕਰਦਿਆਂ ਹੋਇਆਂ ਮਹਾਰਾਜ ਮੈਂ ਸ਼ਹਾਦਤ ਦਾ ਜਾਮ ਪੀਵਾਂ। ਜਪਜੀ ਸਾਹਿਬ ਦਾ ਪਾਠ ਆਰੰਭ ਕਰਦੇ ਨੇ। ਜਲਾਦ ਆਰਾ ਫੇਰਦੇ ਨੇ ਸਿਰ ਦੇ ਉੱਤੇ। ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ। ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਧੀਰ। ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ। ਆਰਾ ਮੈਨੂੰ ਭਾਉਂਦਾ ਧਰਮ ਛੱਡਣਾ ਪਾਪ। ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ। ਤਾਂ ਵੀ ਧਰਮ ਨਾ ਛੋੜਸਾਂ ਤੇਰਾ ਦੀਨ ਨਹੀਂ ਲੋੜ। ਆਰਾ ਪਿਆਰਾ ਲਗਤ ਹੈ ਤੁਮ ਕਾਰਾ ਕਰੋ ਬਨਾਏ। ਸਿਰ ਜਾਂਦਾ ਤਾਂ ਜਾਣ ਦੇ ਮੇਰਾ ਸਿੱਖੀ ਸਿਦਕ ਨਾ ਜਾਏ। ਮੇਰੀ ਸਿੱਖੀ ਨਾ ਜਾਵੇ। ਭਾਈ ਸਾਹਿਬ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਜਲਾਦ ਸੀਸ ਦੇ ਉੱਤੇ ਆਰਾ ਫੇਰਦੇ ਨੇ। ਪੰਜ ਪ੍ਰਵਾਨ ਪੰਜ ਪ੍ਰਧਾਨ ਤੱਕ ਜਦ ਬਾਣੀ ਦਾ ਪਾਠ ਪਹੁੰਚਾ ਹੈ, ਸਰੀਰ ਦੇ ਦੋ ਟੁਕੜੇ ਹੋਏ। ਇਸ ਤੋਂ ਅਗਲਾ ਸਾਰਾ ਪਾਠ ਭਾਈ ਸਾਹਿਬ ਦੇ ਸਰੀਰ ਦੇ ਦੋਨਾਂ ਟੁਕੜਿਆਂ ਦੇ ਵਿੱਚੋਂ ਆਵਾਜ਼ ਆਉਂਦੀ ਰਹੀ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਹਿ ਕੇ ਭਾਈ ਮਤੀ ਦਾਸ ਜੀ ਨੇ ਆਪਣੇ ਸਰੀਰ ਨੂੰ ਸ਼ਾਂਤ ਕੀਤਾ ਹੈ। ਅਸੀਂ ਜਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਸਤਿਗੁਰੂ ਦਾ ਇੱਕ ਬਚਨ ਹੈ ਕਿ ਪ੍ਰੀਤ ਕਿਸ ਤਰ੍ਹਾਂ ਦੀ ਹੁੰਦੀ ਹੈ। ਮੀਨ ਪਕਰ ਫਾਂਕਿਓ ਅਰ ਕਾਟਿਓ। ਰਾਂਦ ਕੀਓ ਬਹੁਬਾਨੀ। ਖੰਡ ਖੰਡ ਕਰ ਭੋਜਨ ਕੀਨੋ। ਤਉ ਨਾ ਬਿਸਰਿਓ ਪਾਣੀ। ਮਹਾਰਾਜ ਜੀ ਕਹਿੰਦੇ, ਵੇਖੋ ਮੱਛੀ ਨੂੰ ਫੜਨ ਵਾਲਾ ਸ਼ਿਕਾਰੀ ਮੱਛੀ ਫੜ ਕੇ ਲੈ ਕੇ ਆਇਆ। ਉਹਦੇ ਟੁਕੜੇ ਟੁਕੜੇ ਕਰ ਦਿੱਤੇ। ਉਸ ਨੂੰ ਰਿੰਨ ਕੇ ਖਾ ਲਿਆ ਖਾਣ ਵਾਲੇ ਨੇ। ਜਦੋਂ ਮਨੁੱਖ ਦੇ ਪੇਟ ਵਿੱਚ ਚਲੀ ਗਈ, ਅੱਜ ਉਸ ਬੰਦੇ ਨੂੰ ਪਿਆਸ ਜ਼ਿਆਦਾ ਲੱਗਦੀ ਹੈ, ਕਿਉਂਕਿ ਮੱਛੀ ਦੀ ਪ੍ਰੀਤ ਪਾਣੀ ਦੇ ਨਾਲ ਸੀ। ਸਰੀਰ ਦੇ ਟੁਕੜੇ ਹੋਣ ਤੋਂ ਬਾਅਦ ਵੀ ਉਹ ਮੱਛੀ ਆਪਣੇ ਜਿਹਦੇ ਨਾਲ ਉਹ ਪ੍ਰੀਤ ਕਰਦੀ ਹੈ ਪਾਣੀ ਨੂੰ ਪੁਕਾਰਦੀ ਹੈ। ਮੱਛੀ ਸਰੀਰ ਦੇ ਟੁਕੜੇ ਹੋਣ ਤੋਂ ਬਾਅਦ ਵੀ ਪਾਣੀ ਨੂੰ ਚਾਹੁੰਦੀ ਹੈ, ਪੁਕਾਰਦੀ ਹੈ। ਤੇ ਗੁਰੂ ਕੇ ਸਿੱਖੋ, ਕੋਈ ਮਨ ਵਿੱਚ ਸ਼ੰਕਾ ਨਾ ਕਰਿਓ। ਭਾਈ ਮਤੀ ਦਾਸ ਗੁਰੂ ਕੇ ਸਿੱਖ ਨੇ।
ਇਹਨਾਂ ਦੀ ਪ੍ਰੀਤ ਹੈ ਐਸੀ ਸਤਿਗੁਰੂ ਦੀ ਬਾਣੀ ਦੇ ਨਾਲ, ਸਰੀਰ ਦੇ ਟੁਕੜਿਆਂ ਦੇ ਵਿੱਚੋਂ ਵੀ ਬਾਣੀ ਦੀ ਆਵਾਜ਼ ਆਉਂਦੀ ਹੈ। ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ ਅਰਧੋ ਉਰਧ ਚਿਰਾਏ ਸੋ ਡਾਰਾ, ਪਰਿਓ ਪ੍ਰਿਥਵੀ ਪਰ ਹੋਏ ਦਵੈ ਫਾਰਾ, ਦੋਨੋਂ ਤਨ ਤੇ ਜਪਜੀ ਪੜੈ, ਹੇਰਤ ਸਭ ਕੇ ਅਸਚਰਜ ਬੜੈ। ਨਾਲ ਜਿਹੜੇ ਦੋ ਸਿੱਖ ਨੇ, ਭਾਈ ਦਿਆਲ ਦਾਸ ਜੀ, ਭਾਈ ਸਤੀ ਦਾਸ ਜੀ ਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ। ਮਹਾਰਾਜ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਸ਼ਬਦ ਕਹੇ ਭਾਈ ਮਤੀ ਦਾਸ ਜੀ ਦੇ ਪਰਥਾਏ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਭਾਈ ਮਤੀ ਦਾਸ ਜੀ ਸ਼ਹੀਦ ਹੋ ਗਏ। ਉਸ ਤੋਂ ਬਾਅਦ ਭਾਈ ਦਿਆਲ ਦਾਸ ਜੀ ਵੱਲ ਆਏ ਨੇ। ਤੇ ਭਾਈ ਦਿਆਲ ਦਾਸ ਜੀ ਇਹ ਕੌਣ ਨੇ? ਭਾਈ ਦਿਆਲ ਦਾਸ ਜੀ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਹਨ, ਮਾਈ ਦਾਸ ਦੇ ਪੁੱਤਰ ਹਨ। ਤੇ ਭਾਈ ਮਨੀ ਸਿੰਘ ਹੁਣੀ 12 ਭਰਾ ਹਨ। ਸਿਰਫ ਇੱਕ ਭਾਈ ਅਮਰਚੰਦ ਨੂੰ ਛੱਡ ਕੇ ਬਾਕੀ 11 ਭਰਾਵਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਭਾਈ ਦਿਆਲ ਦਾਸ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਨੇ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰਿਓ। ਉਹੀ ਰਟੇ ਰਟਾਏ ਸਵਾਲ ਹਕੂਮਤ ਵੱਲੋਂ ਭਾਈ ਦਿਆਲ ਦਾਸ ਦੇ ਸਾਹਮਣੇ ਰੱਖੇ ਗਏ ਵੀ ਵੇਖ, ਤੁਹਾਡੇ ਨਾਲ ਦੇ ਸਾਥੀ ਨੂੰ ਆਰੇ ਦੇ ਨਾਲ ਚੀਰ ਦਿੱਤਾ ਗਿਆ ਹੈ। ਤੁਸੀਂ ਜਾਂ ਕਰਾਮਾਤ ਦਿਖਾਓ ਜਾਂ ਕਲਮਾ ਪੜ੍ਹ ਕੇ ਸ਼ਰ੍ਹਾ ਦੇ ਵਿੱਚ, ਇਸਲਾਮ ਦੇ ਵਿੱਚ ਆ ਜਾਓ, ਨਹੀਂ ਤੇ ਫਿਰ ਕਤਲ ਹੋਣ ਲਈ ਤਿਆਰ ਹੋ ਜਾਓ। ਤੇ ਭਾਈ ਦਿਆਲ ਦਾਸ ਜੀ ਕਹਿੰਦੇ ਐ, ਮੈਨੂੰ ਸਿੱਖੀ ਮੈਨੂੰ ਜਾਨ ਤੋਂ ਪਿਆਰੀ ਹੈ, ਇਸਲਾਮ ਕਬੂਲ ਨਹੀਂ ਕਰਨਾ। ਤੀਜਾ, ਮੌਤ ਦੀ ਗੱਲ ਕਰਦੇ ਹੋ ਤੁਸੀਂ। ਆਨੰਦਪੁਰ ਤੋਂ ਸਤਿਗੁਰੂ ਦੇ ਨਾਲ ਅਸੀਂ ਸਿਰ ਦੇ ਉੱਤੇ ਕਫਨ ਬੰਨ੍ਹ ਕੇ ਹੀ ਤੁਰੇ ਸਾਂ। ਭਾਈ ਦਿਆਲ ਦਾਸ ਨੂੰ ਕਿਹਾ ਗਿਆ, ਵੇਖ ਸਾਹਮਣੇ ਇੱਕ ਪਾਸੇ ਦੇਗ ਹੈ ਉਬਲਦੀ ਹੋਈ, ਦੂਜੇ ਪਾਸੇ ਤੇਰਾ ਗੁਰੂ ਹੈ, ਇਹ ਫੈਸਲਾ ਤੂੰ ਕਰਨਾ ਹੈ। ਉਬਲਦੀ ਦੇਗ ਨੂੰ ਚੁਣਨਾ ਹੈ ਕਿ ਗੁਰੂ ਵੱਲ ਹੋਣਾ ਹੈ। ਇੱਕਦਮ ਭਾਈ ਦਿਆਲ ਦਾਸ ਜੀ ਦਾ ਜਵਾਬ ਸੀ, ਮੈਂ ਆਪਣੇ ਗੁਰੂ ਨੂੰ ਕਦੇ ਵੀ ਛੱਡ ਨਹੀਂ ਸਕਦਾ, ਤਿਆਗ ਨਹੀਂ ਸਕਦਾ। ਕਹਿੰਦੇ ਫਿਰ ਦੇਗ ਦੇ ਵਿੱਚ ਬਿਠਾ ਕੇ ਉਬਾਲ ਦਿੱਤਾ ਜਾਏਗਾ ਆਲੂ ਦੇ ਵਾਂਗ। ਫਤਵਾ ਜਾਰੀ ਹੋ ਗਿਆ, ਦਿਆਲ ਦਾਸ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਜਾਏ। ਤੇ ਭਾਈ ਦਿਆਲ ਦਾਸ ਜੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ, ਆਪ ਜੀ ਦੇ ਸਤਿਕਾਰਯੋਗ ਦਾਦਾ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੋਤ ਉਹੀ ਹੈ। ਮਹਾਰਾਜ ਪੰਜਵੇਂ ਜਾਮੇ ਵਿੱਚ ਆਪ ਲਾਹੌਰ ਦੇ ਵਿੱਚ ਉਬਲਦੀ ਦੇਗ ਦੇ ਵਿੱਚ ਬੈਠੇ ਸੀ। ਤੱਤਾ ਰੇਤਾ ਸੀਸ ਵਿੱਚ ਪਵਾਇਆ। ਸੱਚੇ ਪਾਤਸ਼ਾਹ ਸਿੱਖ ਦੇ ਵਿੱਚ ਵੀ ਆਪ ਵਰਤਣ ਵਾਲੇ ਹੋ, ਕਿਰਪਾ ਕਰੋ ਮੈਂ ਡੋਲਾ ਨਾ, ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ। ਮਹਾਰਾਜ ਪੰਜਵੇਂ ਜਾਮੇ ਵਿੱਚ ਉਥੇ ਦੇਗ ਦੇ ਵਿੱਚ ਉਬਾਲੇ ਗਏ ਤੇ ਅੱਜ ਸਿੱਖ ਦੇ ਰੂਪ ਦੇ ਵਿੱਚ ਮਹਾਰਾਜ ਇੱਥੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਵੀ ਆਪ ਵਿੱਚ ਵਰਤਿਓ, ਕਿਰਪਾ ਕਰਿਓ। ਅਰਦਾਸ ਕੀਤੀ ਹੈ ਭਾਈ ਦਿਆਲ ਦਾਸ ਨੇ ਸਤਿਗੁਰਾਂ ਦੇ ਚਰਨਾਂ ਵਿੱਚ, ਤੇ ਆਪ ਕਦਮਾਂ ਦੇ ਨਾਲ ਚੱਲ ਕੇ ਉਬਲਦੀ ਹੋਈ ਦੇਗ ਵੱਲ ਗਏ ਹੈ। ਰਸਨਾ ਦੇ ਉੱਤੇ ਪਰਮੇਸ਼ਰ ਦਾ ਨਾਮ ਸੀ, ਬਾਣੀ ਦਾ ਜਾਪ ਸੀ। ਭਾਈ ਦਿਆਲ ਦਾਸ ਜੀ ਉਬਲਦੀ ਹੋਈ ਦੇਗ ਵਿੱਚ ਬੈਠੇ ਹੈ। ਥੱਲੇ ਲੱਕੜਾਂ, ਅੱਗ ਜਿਹੜੀ ਹੈ ਤੇਜ਼ ਕੀਤੀ ਗਈ ਹੈ। ਉਬਲਦੇ ਹੋਏ ਪਾਣੀ ਵਿੱਚ ਬੈਠ ਗਏ। ਇੱਥੋਂ ਤੱਕ ਕਿ ਉੱਤੋਂ ਉਹ ਜਿਹੜਾ ਦੇਗਾ ਸੀ ਨਾ, ਉਹਦੇ ਉੱਤੇ ਢੱਕਣ ਦੇ ਦਿੱਤਾ ਗਿਆ, ਉੱਤੇ ਭਾਰ ਰੱਖ ਦਿੱਤਾ ਗਿਆ। ਬਾਣੀ ਪੜ੍ਹਦਿਆਂ ਪੜ੍ਹਦਿਆਂ ਭਾਈ ਦਿਆਲ ਦਾਸ ਜੀ ਦੇਗ ਦੇ ਵਿੱਚ ਉਬਲਦਿਆਂ ਹੋਇਆਂ ਸ਼ਹੀਦ ਹੋ ਗਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਭਾਈ ਦਿਆਲ ਦਾਸ ਨੇ ਸ਼ਹਾਦਤ ਦਾ ਜਾਮ ਪੀਤਾ। ਸਰੀਰ
ਤੇ ਹੱਡੀਆਂ ਜਿਹੜਾ ਮਾਸ ਸੀ ਵੱਖਰਾ ਹੋ ਗਿਆ। ਭਾਈ ਸਾਹਿਬ ਨੇ ਸ਼ਹਾਦਤ ਦਾ ਜਾਮ ਪੀ ਲਿਆ। ਗੁਰੂ ਤੇਗ ਬਹਾਦਰ ਜੀ ਨੇ ਧੰਨ ਸਿੱਖੀ, ਧੰਨ ਸਿੱਖੀ, ਧੰਨ ਗੁਰੂ ਕੇ ਸਿੱਖੋ ਇਹ ਸ਼ਬਦ ਕਹੇ। ਦੋ ਸਿੱਖਾਂ ਦੀ ਸ਼ਹਾਦਤ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਹੋਈ ਹੈ। ਉਸ ਤੋਂ ਬਾਅਦ ਵਾਰੀ ਆਈ ਭਾਈ ਸਤੀ ਦਾਸ ਜੀ। ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਇਹ ਦੋਵੇਂ ਸਕੇ ਭਰਾ ਹਨ। ਭਾਈ ਮਤੀ ਦਾਸ ਆਪਣੇ ਭਰਾ ਨੂੰ ਆਰੇ ਦੇ ਨਾਲ ਚੀਰਿਆ ਜਾਂਦਾ ਵੇਖਿਆ। ਭਾਈ ਦਿਆਲ ਦਾਸ ਨੂੰ ਦੇਗ ਦੇ ਵਿੱਚ ਉਬਲਦਾ ਹੋਇਆ ਆਪਣੀਆਂ ਅੱਖਾਂ ਦੇ ਨਾਲ ਭਾਈ ਸਤੀ ਦਾਸ ਨੇ ਤੱਕਿਆ। ਕਾਜੀ ਆਇਆ ਹੈ, ਸ਼ਬਦ ਕਹੇ ਵੇਖ ਤੇਰੇ ਨਾਲ ਦੇ ਸਾਥੀਆਂ ਨੂੰ ਕਿਸ ਤਰ੍ਹਾਂ ਤਸੀਹੇ ਦੇ ਕਰਕੇ ਕਤਲ ਕਰ ਦਿੱਤਾ ਗਿਆ ਹੈ। ਹੁਣ ਤੇਰੇ ਵਾਸਤੇ ਵੀ ਇਹ ਤਿੰਨ ਗੱਲਾਂ ਨੇ, ਜਾਂ ਕਰਾਮਾਤ ਦਿਖਾਓ, ਜਾਂ ਕਲਮਾ ਪੜ੍ਹ ਕੇ ਦੀਨ ਇਸਲਾਮ ਦੇ ਵਿੱਚ ਆ ਜਾਓ। ਜੇ ਇਹ ਦੋਵੇਂ ਨਹੀਂ ਤੇ ਤੀਜਾ ਫਿਰ ਕਤਲ ਹੋਣ ਲਈ ਤਿਆਰ ਹੋ ਜਾਓ। ਭਾਈ ਸਤੀ ਦਾਸ ਜੀ ਕਹਿੰਦੇ ਨੇ ਪਹਿਲਾਂ ਮੇਰੇ ਨਾਲ ਦੇ ਸਾਥੀ ਨਹੀਂ ਡੋਲੇ, ਮੈਂ ਵੀ ਗੁਰੂ ਚਰਨਾਂ ਦਾ ਭਰੋਸਾ ਰੱਖ ਕਰਕੇ ਬਚਨ ਕਹਿੰਦਾ ਹਾਂ, ਸਤਿਗੁਰੂ ਜੀ ਮੇਰੇ ਸਹਾਈ ਹੋਣਗੇ। ਪਹਿਲੀਆਂ ਦੋਵੇਂ ਗੱਲਾਂ ਪ੍ਰਵਾਨ ਨਹੀਂ, ਤੀਜਾ ਮੈਂ ਮਰਨ ਵਾਸਤੇ ਤਿਆਰ ਹਾਂ। ਭਾਈ ਸਤੀ ਦਾਸ ਨੂੰ ਫਤਵਾ ਜਾਰੀ ਕੀਤਾ ਗਿਆ ਹਕੂਮਤ ਵੱਲੋਂ ਵੀ ਇਹਨਾਂ ਦੇ ਤਨ ਦੇ ਦੁਆਲੇ ਰੂੰ ਲਪੇਟ ਕਰਕੇ, ਰੂੰ ਬੰਨ੍ਹ ਕੇ ਇਹਨਾਂ ਨੂੰ ਜਿਉਂਦੇ ਨੂੰ ਅੱਗ ਲਾ ਕਰਕੇ ਸਾੜ ਦਿੱਤਾ ਜਾਏ। ਇਹ ਗੱਲਾਂ ਕਰਨੀਆਂ ਤੇ ਸੁਣਨੀਆਂ ਬਹੁਤ ਸੁਖਾਲੀਆਂ ਨੇ, ਪਰ ਜਿਨ੍ਹਾਂ ਗੁਰੂ ਕੇ ਸਿੱਖਾਂ ਦੇ ਸੀਸ ਤੇ ਆਰਾ ਚਲਿਆ, ਦੇਗ ਵਿੱਚ ਉਬਾਲੇ ਗਏ, ਰੂੰ ਦੇ ਵਿੱਚ ਲਪੇਟ ਕੇ ਅੱਗ ਲਾ ਕਰਕੇ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ। ਕਦੇ ਉਹਨਾਂ ਨੂੰ ਪੁੱਛ ਕੇ ਤਾਂ ਵੇਖੋ ਕਿਸ ਤਰ੍ਹਾਂ ਗੁਰੂ ਚਰਨਾਂ ਦੇ ਉੱਤੋਂ ਕੁਰਬਾਨ ਹੋਏ ਨੇ। ਦ੍ਰਿੜਤਾ ਤੇ ਅਡੋਲਤਾ, ਸਿੱਖੀ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖ ਭਾਈ ਸਤੀ ਦਾਸ ਜੀ, ਭਾਈ ਸਤੀ ਦਾਸ ਜੀ ਲਿਖਾਰੀ ਵੀ ਸਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਜੋ ਬਚਨ ਕਰਿਆ ਕਰਦੇ ਸਨ, ਭਾਈ ਸਤੀ ਦਾਸ ਉਹਨਾਂ ਬਚਨਾਂ ਨੂੰ ਫਾਰਸੀ ਦੇ ਵਿੱਚ ਲਿਖ ਲਿਆ ਕਰਦੇ ਸਨ। ਤੇ ਉਸ ਤੋਂ ਬਾਅਦ ਫਿਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਹਨਾਂ ਬਚਨਾਂ ਨੂੰ ਗੁਰਮੁਖੀ ਦੇ ਵਿੱਚ ਲਿਖਿਆ ਕਰਦੇ ਸਨ। ਐਸੇ ਮਹਾਨ ਵਿਦਵਾਨ ਸਨ ਭਾਈ ਸਤੀ ਦਾਸ ਜੀ। ਫਤਵਾ ਜਾਰੀ ਕਰ ਦਿੱਤਾ ਗਿਆ, ਭਾਈ ਸਾਹਿਬ ਨੂੰ ਰੂੰ ਦੇ ਵਿੱਚ ਲਪੇਟਿਆ ਗਿਆ ਹੈ, ਸਾਰੇ ਤਨ ਦੇ ਦੁਆਲੇ ਰੂੰ ਬੰਨ੍ਹ ਦਿੱਤਾ ਗਿਆ। ਕਹਿੰਦੇ ਅਜੇ ਵੀ ਮੌਕਾ ਹੈ, ਇਧਰ ਡੋਲੇ ਮਿਲਣਗੇ, ਧਨ ਮਿਲੇਗਾ, ਜਗੀਰਾਂ ਮਿਲਣਗੀਆਂ, ਸਿੱਖੀ ਛੱਡ ਦਿਓ, ਇਸਲਾਮ ਨੂੰ ਕਬੂਲ ਕਰ ਲਵੋ। ਪਰ ਭਾਈ ਸਤੀ ਦਾਸ ਜੀ ਅਡੋਲ ਨੇ, ਗੁਰੂ ਕੇ ਸਿੱਖ ਹਨ, ਸਿੱਖੀ ਨੂੰ ਨਹੀਂ ਤਿਆਗਿਆ। ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਮਹਾਰਾਜ ਆਪ ਨੇ ਸਹਾਈ ਹੋਣਾ, ਕਿਰਪਾ ਕਰਨੀ। ਭਾਈ ਮਤੀ ਦਾਸ ਜੀ ਆਪਣੇ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਮੁਖ ਕਰਕੇ ਖਲੋਤੇ ਨੇ। ਜਲਾਦ ਆਏ ਨੇ, ਰੂੰ ਦੇ ਵਿੱਚ ਲਪੇਟੇ ਹੋਏ ਭਾਈ ਮਤੀ ਦਾਸ ਜੀ ਨੂੰ ਅੱਗ ਲਾ ਦਿੱਤੀ ਗਈ। ਸਾਹਮਣੇ ਖਲੋਤੇ ਰਹੇ, ਸਾਰੇ ਸਰੀਰ ਨੂੰ ਅੱਗ ਨੇ ਘੇਰ ਲਿਆ। ਅੱਗ ਜਦ ਦਾੜੇ ਤੇ ਸਿਰ ਦੇ ਉੱਪਰ ਪੈ ਗਈ ਤਾਂ ਭਾਈ ਸਾਹਿਬ ਜੀ, ਭਾਈ ਮਤੀ ਦਾਸ ਜੀ ਦਾ ਜੋ ਪਵਿੱਤਰ ਸਰੀਰ ਸੀ, ਜਿੱਧਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਿੰਜਰੇ ਦੇ ਵਿੱਚ ਹਨ, ਉਧਰ ਨੂੰ ਆਪਣਾ ਭਾਈ ਮਤੀ ਦਾਸ ਜੀ ਦਾ ਸਰੀਰ ਡਿੱਗਿਆ ਹੈ। ਗੁਰੂ ਗੁਰੂ ਕਰਦੇ ਰਹੇ, ਰਸਨਾ ਤੇ ਬਾਣੀ ਦਾ ਜਾਪ ਕਰਦੇ ਰਹੇ। ਭਾਈ ਮਤੀ ਦਾਸ ਜੀ ਨੂੰ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਅੱਗ ਦੇ ਨਾਲ ਸਾੜ ਕਰਕੇ ਸ਼ਹੀਦ ਕਰ ਦਿੱਤਾ ਗਿਆ। ਇਹ ਤਿੰਨ ਸਿੱਖ ਗੁਰੂ ਕੇ ਪਿਆਰੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਸ਼ਹੀਦ ਹੋਏ ਨੇ। ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਇਹਨਾਂ ਸਿੱਖਾਂ ਦੀ ਸ਼ਹਾਦਤ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਕ ਵਿੱਚ ਹੋਈ ਹੈ। ਜਿੱਥੋਂ ਦੀ ਖਾਕ ਨੂੰ ਅਸੀਂ ਮਸਤਕ ਤੇ ਲਾਉਨੇ ਆ,
ਗੁਰਦੁਆਰਾ ਸੀਸਗੰਜ ਸਾਹਿਬ ਹੈ, ਜਿੱਥੇ ਹਰ ਭਾਵਨਾ ਵਾਲਾ ਗੁਰੂ का ਪਿਆਰਾ ਸਿੱਖ ਜਾ ਕਰਕੇ ਸੀਸ ਝੁਕਾਉਂਦਾ ਹੈ, ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੁੰਦਾ ਹੈ। ਤਿੰਨਾਂ ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿਹਾ ਗਿਆ, ਤੁਹਾਡੇ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਖਤਮ ਕਰ ਦਿੱਤਾ ਗਿਆ ਹੈ, ਅਜੇ ਵੀ ਤੁਹਾਡੇ ਕੋਲ ਮੌਕਾ ਹੈ, ਤੁਸੀਂ ਇਸਲਾਮ ਦੇ ਵਿੱਚ ਆ ਜਾਓ। ਔਰੰਗਜ਼ੇਬ ਚਾਹੁੰਦਾ ਸੀ ਜੇ ਗੁਰੂ ਤੇਗ ਬਹਾਦਰ ਜੀ ਇਸਲਾਮ ਵਿੱਚ ਆ ਗਏ, ਬਾਕੀ ਸਾਰੇ ਦੇਸ਼ ਦੇ ਹਿੰਦੂਆਂ ਨੂੰ ਇਸਲਾਮ ਦੇ ਵਿੱਚ ਲਿਆਉਣਾ ਮੇਰੇ ਵਾਸਤੇ ਬੜਾ ਸੌਖਾ ਹੋਵੇਗਾ, ਕਿਉਂਕਿ ਸਤਿਗੁਰੂ ਨੇ ਬਚਨ ਕਹੇ ਸਨ, ਔਰੰਗਜ਼ੇਬ ਨੂੰ ਕਹਿ ਦਿਓ ਸਾਡਾ ਆਗੂ ਗੁਰੂ ਤੇਗ ਬਹਾਦਰ ਹੈ, ਜੇ ਉਹ ਇਸਲਾਮ ਦੇ ਵਿੱਚ ਆ ਜਾਏ ਅਸੀਂ ਆਪੇ ਇਸਲਾਮ ਨੂੰ ਧਾਰਨ ਕਰ ਲਵਾਂਗੇ। ਇਹਨਾਂ ਸਿੱਖਾਂ ਨੂੰ ਇੰਨੇ ਵੱਡੇ ਤਸੀਹੇ ਤਾਂ ਦਿੱਤੇ ਗਏ ਕਿ ਗੁਰੂ ਤੇਗ ਬਹਾਦਰ ਜੀ ਡੋਲ ਜਾਣ, ਕੰਬ ਜਾਣ, ਤੇ ਡੋਲ ਕੇ ਕੰਬ ਕੇ ਸਾਡੀ ਹਕੂਮਤ ਦੀ ਕਹੀ ਹੋਈ ਗੱਲ ਨੂੰ ਮੰਨ ਲੈਣ, ਤਾਂ ਇਹਨਾਂ ਸਿੱਖਾਂ ਨੂੰ ਇੰਨੇ ਕਰੜੇ ਤਸੀਹੇ ਦਿੱਤੇ ਗਏ। ਸੱਚੇ ਪਾਤਸ਼ਾਹ ਨੂੰ ਕਿਹਾ ਤੁਹਾਡੇ ਸਿੱਖ ਖਤਮ ਕਰ ਦਿੱਤੇ ਗਏ ਨੇ, ਜੇ ਅਜੇ ਵੀ ਤੁਸੀਂ ਇਸਲਾਮ ਨੂੰ ਧਾਰਨ ਕਰ ਲਵੋ ਜਾਂ ਕਰਾਮਾਤ ਦਿਖਾਓ, ਤੁਹਾਨੂੰ ਦੁਨੀਆ ਦੇ ਸਾਰੇ ਸੁੱਖ ਦਿੱਤੇ ਜਾਣਗੇ, ਧਨ ਦੌਲਤ ਜਗੀਰਾਂ ਬਹੁਤ ਕੁਝ ਦਿੱਤਾ ਜਾਏਗਾ। ਸੱਚੇ ਬਾਦਸ਼ਾਹ ਗੁਰੂ ਤੇਗ ਬਹਾਦਰ ਜੀ ਕਹਿੰਦੇ ਧਨ ਪਦਾਰਥ ਦੌਲਤ ਦੇ ਨਾਲ ਕੋਈ ਵੀ ਸਾਡੀ ਪ੍ਰੀਤ ਨਹੀਂ ਹੈ, ਅਸੀਂ ਤਾਂ ਇਸ ਮਾਇਆ ਦੇ ਮੋਹ ਤੋਂ ਉਪਰਾਮ ਹੋਣ ਦਾ ਉਪਦੇਸ਼ ਆਪਣੇ ਸਿੱਖਾਂ ਨੂੰ ਦਿੰਦੇ ਰਹੇ ਹਾਂ। ਕਹਿੰਦੇ ਫਿਰ ਮੌਤ ਲਈ ਤਿਆਰ ਹੋ ਜਾਓ। ਪਾਤਸ਼ਾਹ ਜੀ ਕਹਿੰਦੇ ਤੁਸੀਂ ਡਰਾ ਨਹੀਂ ਸਕਦੇ, ਕਿਉਂਕਿ ਮੌਤ ਦਾ ਉਪਦੇਸ਼ ਵੀ ਮੈਂ ਆਪਣੇ ਸਿੱਖਾਂ ਨੂੰ ਦਿੰਦਾ ਰਿਹਾ ਹਾਂ। ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ, ਜਿਉ ਬਾਲੂ ਕੀ ਭੀਤ। ਇਸ ਸੰਸਾਰ ਦੀ ਰਚਨਾ ਸਦੀ ਵੀ ਰਹਿਣ ਵਾਲੀ ਨਹੀਂ, ਭਾਵੇਂ ਸਰੀਰ ਨੇ ਭਾਵੇਂ ਦ੍ਰਿਸ਼ਟਮਾਨ ਜਿੰਨਾ ਵੀ ਪਸਾਰਾ ਹੈ, ਪਰ ਸੱਚ ਦੇ ਮਾਰਗ ਤੋਂ ਕਦੇ ਵੀ ਅਸੀਂ ਪਰੇ ਨਹੀਂ ਹੋਵਾਂਗੇ। ਜਿਸ ਦਿਨ ਇਹਨਾਂ ਤਿੰਨਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਹੈ, ਸਤਿਗੁਰੂ ਦਾ ਪਿੰਜਰਾ ਫਿਰ ਚੁੱਕ ਕੇ ਕੋਤਵਾਲੀ ਵਾਲੇ ਥਾਂ ਲਿਆਂਦਾ ਗਿਆ ਹੈ। ਸਾਰੀ ਰਾਤ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਤੀਤ ਕੀਤੀ ਹੈ, ਤੇ ਅੱਖਾਂ ਦੇ ਸਾਹਮਣੇ ਉਹ ਸਾਰਾ ਦ੍ਰਿਸ਼ ਆਉਂਦਾ ਹੈ, ਕਿਵੇਂ ਇਹਨਾਂ ਤਿੰਨਾਂ ਸਿੱਖਾਂ ਨੇ ਸਿੱਖੀ ਕਮਾਉਂਦਿਆਂ ਹੋਇਆਂ ਸ਼ਹਾਦਤ ਦੇ ਜਾਮ ਪੀਤੇ ਹਨ। ਅਗਲਾ ਦਿਨ ਹੋਇਆ, ਔਰੰਗਜ਼ੇਬ ਦਾ ਫਰਮਾਨ ਲੈ ਕਰਕੇ ਕਾਜੀ ਆਇਆ ਹੈ, ਦਰੋਗਾ ਆਇਆ ਹੈ, ਜਲਾਦ ਆਏ ਨੇ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿੰਜਰੇ ਨੂੰ ਚਾਂਦਨੀ ਚੌਂਕ ਵਿੱਚ ਲਿਆਂਦਾ ਗਿਆ, ਤੇ ਇਸ ਤੋਂ ਪਹਿਲਾਂ ਜਿਹੜੀ ਪਹਿਲੀ ਜਿਸ ਦਿਨ ਸਿੱਖਾਂ ਨੇ ਸ਼ਹਾਦਤ ਪ੍ਰਾਪਤ ਕੀਤੀ, ਉਦਣ ਵੀ ਦਿੱਲੀ ਦੇ तमाम ਲੋਕ ਇਕੱਠੇ ਸਨ, ਪਰ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕਰਨਾ ਹੈ, ਇਸ ਲਈ ਦਿੱਲੀ ਦੀਆਂ ਗਲੀਆਂ ਦੇ ਵਿੱਚ ਢੰਡੋਰਾ ਫੇਰਿਆ ਗਿਆ। ਕੱਲ ਨੂੰ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਕਤਲ ਕਰ ਦਿੱਤਾ ਜਾਵੇਗਾ। ਦਿੱਲੀ ਦੇ तमाम ਲੋਕ ਮਗਰ ਸੁਦੀ ਪੰਚਮੀ ਵਾਲੇ ਦਿਨ ਚਾਂਦਨੀ ਚੌਂਕ ਦੇ ਵਿੱਚ ਇਕੱਠੇ ਹੋਏ ਨੇ। ਬੜੀ ਵੱਡੀ ਲੋਕਾਂ ਦੀ ਭੀੜ ਉੱਥੇ ਸੀ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਉਸ ਪਿੰਜਰੇ ਵਿੱਚ ਕੈਦ ਹਨ। ਕਾਜੀ ਆਇਆ ਹੈ, ਉਹੀ ਗੱਲਾਂ ਜਿਹੜੀਆਂ ਪਹਿਲਾਂ ਕਰਾਮਾਤ ਜਾਂ ਇਸਲਾਮ ਜਾਂ ਫਿਰ ਮੌਤ। ਸੱਚੇ ਪਾਤਸ਼ਾਹ ਨੇ ਕਿਹਾ ਤੀਜਾ ਅਸੀਂ ਤਿਆਰ ਹਾਂ, ਅਸੀਂ ਮੌਤ ਨੂੰ ਗਲੇ ਦੇ ਨਾਲ ਲਾਉਣ ਵਾਸਤੇ ਤਿਆਰ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਾਜੀ ਨੇ ਕਿਹਾ ਮੈਂ ਖਾਨਦਾਨੀ ਕਾਜੀ ਹਾਂ। ਦਰੋਗਾ ਅਬਦੁੱਲਾ ਕਹਿੰਦਾ ਹੈ ਮੈਂ ਖਾਨਦਾਨੀ ਦਰੋਗਾ ਹਾਂ। ਤੇ ਜਲਾਦ ਜਲਾਲੁੱਦੀਨ ਜਿਹੜਾ ਸਮਾਣੇ ਦਾ ਸੀ,
ਇਹ ਕਹਿੰਦਾ ਮੈਂ ਖਾਨਦਾਨੀ ਜਲਾਦ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਆ, ਫਿਰ ਤਾਂ ਰੱਬ ਨੇ ਇਹ ਸੁਮੇਲ ਹੀ ਬੜਾ ਸੋਹਣਾ ਬਣਾਇਆ ਹੈ। ਤੂੰ ਖਾਨਦਾਨੀ ਕਾਜੀ, ਪਰ ਇਹ ਕਾਜੀਪੁਣਾ ਤੁਹਾਡੇ ਖਾਨਦਾਨ ਵਿੱਚ ਨਹੀਂ ਰਹੇਗਾ। ਅਬਦੁੱਲਾ ਤੂੰ ਖਾਨਦਾਨੀ ਦਰੋਗਾ, ਇਹ ਦਰੋਗਾਪੁਣਾ ਤੁਹਾਡੇ ਖਾਨਦਾਨ ਵਿੱਚ ਨਹੀਂ ਰਹੇਗਾ। ਜਲਾਦ ਨੂੰ ਕਹਿੰਦੇ ਤੂੰ ਖਾਨਦਾਨੀ ਜਲਾਦ ਹੈ, ਇਹ ਤੁਹਾਡੇ ਖਾਨਦਾਨ ਵਿੱਚ ਨਹੀਂ ਰਹੇਗਾ। ਤੇ ਮੈਂ ਦਾਅਵੇ ਦੇ ਨਾਲ ਕਹਿੰਦਾ ਹਾਂ, ਮੈਂ ਖਾਨਦਾਨੀ ਸ਼ਹੀਦ ਹਾਂ। ਮੇਰੇ ਦਾਦਾ ਗੁਰੂ ਅਰਜੁਨ ਦੇਵ ਮਹਾਰਾਜ ਜੀ ਸ਼ਹੀਦ ਹੋਏ ਲਾਹੌਰ। ਅੱਜ ਮੈਂ ਇੱਥੇ ਸ਼ਹੀਦ ਹੋ ਜਾਵਾਂਗਾ ਤੇ ਅੱਗੇ ਮੇਰੇ ਪੁੱਤ ਪੋਤਰੇ ਸ਼ਹਾਦਤ ਦਾ ਜਾਮ ਪੀਣਗੇ। मेरे अजदाद से मिला है मुझको विरसा शहादत का, मेरी औलाद की जागीर है जामे शहादत की। इतना जगीर है साडी शहादत दा जाम पीना। सतगुरु गुरु तेग बहादुर महाराज जी दे सामने जलाद जलालुद्दीन अपनी तलवार नूं तिखी करदा है, सतगुरु नूं भै देण दा यतन करदा है, पर महाराज जी किथे भै मंनदे हन। बाबा बंदा सिंह बहादुर ने समाणे नूं क्यों उजाड़िया सी? क्योंकि ये जलाद जिसने गुरु तेग बहादुर महाराज जी दे सीस दे उत्ते तलवार दे नाल वार कीता सी, ये जलालुद्दीन समाणे दा रहण वाला सी। गुरु तेग बहादुर जी दे छोटे पोते बाबा जोरावर सिंह, बाबा फतेह सिंह, इन्हां नूं नीहां विच चिणन वाले शाशल बेग, बाशल बेग, ये दोवें जलाद समाणे दे रहण वाले सन। तां बाबा बंदा सिंह बहादुर ने समाणे नूं उजाड़िया सी। अपनी तेग तिखी करदा है। सच्चे पातशाह महाराज जी परमात्मा दे शुकराने दे विच जुड़े हन। जलाद तलवार लैके आया है, सतगुरु दे आले दुआले घुमदा है। महाराज सच्चे पातशाह नूं डराउण दा यतन करदा है ते गुरु तेग बहादुर महाराज जी नूं कहंदे अजे भी मौका है, मौत तो बच जावोगे। पातशाह जी कहंदे नहीं, तू अपनी तलवार दी चमक दे नाल सानूं डरा ना, क्योंकि मेरा तां नाम ही तेग बहादुर है। मैं अपने पिता गुरु हरगोबिंद साहिब दे नाल करतारपुर दे जंग दे विच मैं तेग वाही भी सी, ते अज जे समा बनिया ते मैं तेग खा भी सकदा हां। इथे तवारीखदान कवि जना ने बड़े भावपूरत शब्द लिखे हन। महाराज ने बचन कहे, मैं हां तेग ते कढ लै तेग तू भी, एक दो नहीं परख लै 100 तेगा। मैनू लकब है तेग बहादरी दा, मेरे सामने नहीं खलो सकदियां तेगां। मैं तां जमदियां तेगां दी छां माणी, मेरे बापू ने पईयां 2 तेगां। औरंगजेब नूं कह दिओ तू तलवार दे नाल तेग दे नाल डराउणा चाहुंदा है, मेरा नाम तेग बहादुर है। मैं करतारपुर दे जंग दे विच तेग वाही भी है, ते मेरे पिता गुरु हरगोबिंद साहिब महाराज जी ने वड्डे 4 जंग कीते। मेरे पिता गुरु हरगोबिंद साहिब महाराज, मैं तेगां दी छां दे विच पलिया हां। ते औरंगे नूं कह दिओ, ऐ औरंगजेब, गुरु हरगोबिंद साहिब मेरे पिता दी अणख बहादरी दे उत्ते तेरा प्यो शाहजहां तेगां परखदा रहा, पर मेरे पिता ने कदे हार नहीं मन्नी। ते मैं हुण भी दावे नाल कहंदा हां, आउण वाले समय दे विच मेरा पुत्र ਉਹ तेगां वावेगा जिहदे सामने हुकूमत दीयां तेगां सारियां खुंडियां हो जाणगीਆਂ। मैं हां तेग ते कढ लै तेग तू भी, एक दो नहीं परख लै 100 तेगां। मैनू लकब है तेग बहादरी दा, मेरे साहमे नहीं सकदियां खलो तेगां। मैं तां जमदियां तेगां दी छां माणी, मेरे पिता ने पहनियां 2 तेगां। हुण भी वेखी आउंदे भविख अंदर, मेरे पुत्र ने वाहुणियां ਉਹ तेगां। ਉਹਦੀ तेग दे विचों जड़ी तेग निकलेगी, लखां लैगी तेरियां खो तेगां।
औरंगजेब भुलेखा कढ़ दे, ये तेरा राज भाग सदा नहीं रहना। गुरु तेग बहादुर सच्चे पातशाह जी शहीद होने वास्ते तैयार होए ने। दिल्ली दे तमाम लोग इकट्ठे ने। पातशाह जी नूं अंतम इच्छा पूछी गई। अंतम इच्छा दसो की है? मेरे गुरु तेग बहादुर जी ने कहा, साडे इशनान का प्रबंध कर दिओ, असीं इशनान करना चाहुंदे हां। तुसीं गुरुद्वारा सीसगंज साहिब जाओ, वो खूह अज भी मौजूद है। जिस खूह दे विचों जल कढ़िया गया, गुरु तेग बहादुर सच्चे पातशाह ने अपने तन का अखीरला इशनान किया है। बाणी का जाप किया है सतगुरु ने। इशनान कई दिनों बाद अज महाराज ने किया। इशनान तो बाद सतगुरु नूं चांदनी चौक दे विच उत्थे ही बोड़ दा दरख्त सी, उस बोड़ दे दरख्त दे हेठां बिठाया गया है। सन 1930 तक ये बोड़ दा दरख्त कायम रहा, पर बाद विच नेड़े इमारत बन जाण दे नाल ये सुक गया, इहदी संभाल ना कीती गई। कुछ लकड़ उहदी अजे भी सांभ के रखी हुई है। सतगुरु महाराज जी उस बोड़ दे हेठां बैठे है। दोपहर ढल चुकी है। काजी, दरोगा, जल्लाद होर सारे लोग सामने ने, हुकूमत दे लोग सामने ने, लोकां दी भीड़ इकट्ठी है। जल्लाद नूं गुरु तेग बहादुर महाराज कहंदे ने, असीं हुण चौंकड़ा ला के जपजी साहिब दा पाठ करना है, ते जदों असीं जपजी साहिब दा पाठ करके मालक परमात्मा दे अगे सीस झुकाईए, उस तो बाद तू अपनी तेग दा वार कर देना। चौंकड़ा ला के गुरु तेग बहादुर महाराज जी बैठ गए। पातशाह जी एकाग्र चित होकर के बाणी दा जाप आरंभ करते ने। एक ओंकार सतनाम करता पुरख निरभव निर्वैर, अकाल मूरत अजूनी सैभं गुर प्रसाद। जप आद सच जुगाद सच है भी सच, नानक होसी भी सच। सारा जपजी साहिब पढ़ते ने। बाणी पढ़द्या पढ़द्या महाराज सलोक ते आउंदे ने। पवन गुरु पाणी पिता माता धरत महत, दिवस रात दोए दाई दाया, खेलै सगल जगत। चंगियाइयां बुराइयां वाचै धर्म हदूर, करमी आपो अपनी के नेड़े के दूर। जिनी नाम ध्याया गए मसकत घाल, नानक ते मुख उजले। केती छुट्टी नाल कह के सतगुरु परमात्मा दे अगे सीस झुका के जन महाराज उतां हुंदे है। जलाद जलालुद्दीन पूरे तान दे नाल बल ला के सतगुरु तेग बहादुर जी दे उत्ते अपनी तलवार दा वार करदा है, ते गुरु तेग बहादुर जी दे सीस नूं तड़ तों जुदा कर दिंदा है। मगर सुदी पंचमी बिक्रमी संमत 1732 नूं दिल्ली दे चांदनी चौक दे विच तिलक ते जंजू दे लई सतगुरु तेग बहादुर महाराज शहादत दा जाम पी जांदे है। तेज हनेरी आउंदी है, कुदरत भी अपना करोप दिखाउंदी है। धूर कंकर उड़दे ने, सिपाहियां नूं कुछ सुझदा नहीं। गुरु तेग बहादुर सच्चे पातशाह जद शहीद हुंदे ने, धरती भी कंबदी है, दरख्त भी रोंदे ने, पंछी भी रोंदे हन भी इन्ना वड्डा जुल्म हो रहा दिल्ली दे विच। सतगुरु तेग बहादुर महाराज जद शहीद हो जाते हैं, असीं बाद दे बचन कलगीधर जी दे उचारण कीते हुए पढ़ते हैं। तिलक जंजू राखा प्रभ ताका, कीनो बड्डो कलू महसाका। तिलक ते जंजू उन्हां दा रखिया, ना तिलक लाउंदे है ना जंजू पाउंदे है, पर जबरदस्ती महाराज कहंदे ये मैं लैण नहीं देने। हर बंदे नूं आपो अपने धर्म दे विच परपक्क रहण दी आजादी है। कोई किवें किसे दे धर्म दी परपक्कता नूं आजादी नूं खो सकदा है। ते महाराज ने बड़ा साका कहा, क्योंकि अपने धर्म की खातर तां लोग बहुत कुछ करते हैं, पर कोई किसी दूजे वास्ते शहीद होवे ये दुनिया विच वेखण नूं नहीं मिलता। तिलक जंजू राखा प्रभ ताका,
कीनो बडो कलु मह साका, साधन हेत इति जिन करी, शीस दिया पर सी न उचरी। धर्म हेत साका जिन किया, महाराज ने क्या धर्म वास्ते ये साका कीता है। धर्म हेत साका जिन किया, शीस दिया पर सिर न दिया। सिर दे दिता, शीस दे दिता, पर दृढ़ता नहीं सतगुरु ने छड़ी। ठीकर फोर दिल्लीस सिर, प्रभपुर किया बयान, तेग बहादुर सी क्रिया, करी न किन्हू आन। जो गुरु तेग बहादुर जी ने कीता, दुनिया च होर किसे ने नहीं कीता। ते पातशाह कलगीधर जी ने शब्द कहे हन, तेग बहादुर के चलत, भयो जगत को सोख। गुरु तेग बहादुर जी दे ਜਾਂਦਿਆਂ ਭਾਵ ਸਤਿਗੁਰੂ ਦੀ ਸ਼ਹਾਦਤ ਹੋਈ ਹੈ ਤੇ ਸਾਰੇ ਸੰਸਾਰ ਦੇ ਵਿੱਚ ਸ਼ੋਕ ਫੈਲ ਗਿਆ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਭਇਓ, ਜੈ 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 ਸੁਰਲੋਕ। महाराज ने शब्द वरते ने है, हाय हाय शब्द नहीं वरते। गुरु तेग बहादुर महाराज जी तिन्ना कालां दे विच सहाई है। ਅਸੀਂ ਅਰਦਾਸ ਦੇ ਵਿੱਚ ਨਿਤ ਸ਼ਬਦ ਪੜ੍ਹਦੇ ਹਾਂ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਈ। ਸੱਚੇ ਪਾਤਸ਼ਾਹ ਜੀ ਸਭ ਥਾਂ ਤੇ ਸਹਾਈ ਹੁੰਦੇ ਹੈ। ਕੋਈ ਦੂਜੇ ਧਰਮ ਵਾਲਾ ਆ ਕੇ ਵੀ ਫਰਿਆਦ ਕਰਦਾ, ਮਹਾਰਾਜ ਉਹਨਾਂ ਦੇ ਸਹਾਈ ਹੋਏ ਨੇ। ਗੁਰੂ ਤੇਗ ਬਹਾਦਰ ਵਾਸਤੇ ਸ਼ਬਦ ਹੈ ਵਰਤੇ ਨੇ, ਹਾਏ ਹਾਏ ਨੇ। ਹੈ ਤਿੰਨ ਵਰਾਂ, ਤਿੰਨਾਂ ਕਾਲਾਂ ਦੇ ਵਿੱਚ ਮਹਾਰਾਜ ਸਹਾਈ ਹਨ। ਇੱਥੋਂ ਤੱਕ ਜੈ 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 ਸੁਰਲੋਕ, ਦੇਵਤਿਆਂ ਨੇ ਵੀ ਸੁਰਲੋਕ ਦੇ ਵਿੱਚ ਵੀ ਜੈ ਜੈਕਾਰ ਹੋਈ। ਮੱਘਰ ਸੁਦੀ ਪੰਚਮੀ ਨੂੰ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹੀਦ ਹੋਏ। ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਵਾਰ ਪ੍ਰਣਾਮ ਹੈ। ਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਈਏ। ਸਤਿਗੁਰੂ ਦੀ ਉਚਾਰਨ ਕੀਤੀ ਹੋਈ ਬਾਣੀ ਪੜ੍ਹੀਏ। ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਧਰਮ ਦੇ ਵਿੱਚ ਪਰਪੱਕ ਰਹਿਣ ਦਾ ਆਪ ਜੀ ਬਲ ਬਖਸ਼ੋ। ਸਤਿਗੁਰੂ ਦੀ ਸ਼ਹਾਦਤ ਤੋਂ ਬਾਅਦ ਕਿਵੇਂ ਭਾਈ ਜੈਤਾ ਸਤਿਗੁਰੂ ਦੇ ਸੀਸ ਨੂੰ ਲੈ ਕੇ ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ ਪਹੁੰਚਦਾ ਹੈ। ਸਤਿਗੁਰੂ ਦੇ ਧੜ ਦਾ ਸੰਸਕਾਰ ਕਿਹੜਾ ਸਿੱਖ ਕਰਦਾ ਹੈ, ਇਹ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ। ਇਹਨਾਂ ਕੁਝ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਗੁਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਜਿਉ ਪੈਂਦਾ ਸਭ ਤੇਰੀ ਆਸ, ਤੂੰ ਮਾਤ ਪਿਤਾ ਰਖ ਤੇਰੇ, ਤਮਰੀ ਕਰ ਪਾਮਸ ਕਕਨੇ, ਜੀ ਕੋਇ ਨ ਜਾਣੇ ਤਮਰਾ ਅੰਤ, ਸਮਗਰੀ ਤਮਰਾ ਸੁੰਦਰ ਧਾਰੀ, ਤਮ ਤੇ ਹੋਏ ਸਵਾਗਿਆਕਾਰ, ਜੇ ਤੁਮਰੇ ਗਤ ਮਿਤ ਤੁਮਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨ, ਤੁਧ ਆਗੇ